भाई खाली ये करने पहले है ना उधर हाँ जी हाँ जी हाँ जी हाँ कितने वोट हैं प्लाट की हलायो नहीं 72 सी हेलो जी आप 21 नंबर दी ने पहले तो फोटो भी नहीं है वोट मैं सीधी नंबर 4 वोटा बनी 4 ठीक है वोटर लिस्ट में दिखा दो भाई वोटर लिस्ट भी उठा दो हां दिखा दो वोटर लिस्ट आप दिखा दो वोटर लिस्ट भी वोटर लिस्ट होकर जब आज के और एक साडे विरोधी धिर शुरू कर देंगे दवा दव भी देखो जी धक्काशाही हो रही है देखो जी सरकार वालों सरकारी जो प्रजातंत्र का मिसयूज़ हो रहा या वो हो रहा मैं तुहानूं ये दसना चाहना हर टाइम ये नहीं होना चाहिए भी एक पार्टी नूं लैके अकाली दल के कोल ही दोष होने चाहिए आ या अकाली दल दीयां जड़ियां अपना जड़ियां दूजियां पार्टियां वो जिहो जिहे इल्जाम लांदियां मैं तुहानूं ये दसना चाह रहा भी इत्थे अकाली दल जड़ियां छड़यंत्र रच रहे आ ਜਿਹੜੇ ਧੱਕੇਸ਼ਾਹੀਆਂ ਕਰ ਰਹੇ ਆ ਔਰ ਅਸੀਂ ਉਹ ਚੀਜ਼ਾਂ ਨੂੰ ਉਜਾਗਰ ਕਰਨਾ ਚਾਹੁੰਦੇ ਲੋਕਾਂ ਦੇ ਅੱਗੇ ਔਰ ਸਰਕਾਰ ਦੇ ਅੱਗੇ ਔਰ ਇਲੈਕਸ਼ਨ ਕਮਿਸ਼ਨ ਦੇ ਅੱਗੇ ਉਹਦੇ ਖਾਤਰ ਤੁਹਾਨੂੰ ਅੱਜ ਇੱਥੇ ਸੱਦਾ ਦਿੱਤਾ ਆਹ ਦੇਖੋ ਆਹ ਹੈਗਾ 21 ਨੰਬਰ 20 ਨੰਬਰ ਪਲਾਟ ਬਣਿਆ ਜੀ ਇਹ 20 ਨੰਬਰ ਬਣਿਆ ਆਹ ਵਿਚਕਾਰਲਾ 21 ਨੰਬਰ ਆਹ 22 ਨੰਬਰ ਠੀਕ ਆ ਜੀ ਆਹ ਵੇਖੋ 20 ਦੀਆਂ ਵੀ ਵੋਟਾਂ ਆ ਗਈਆਂ 22 ਦੀਆਂ ਵੀ ਆ ਗਈਆਂ 21 ਨੰਬਰ 'ਚ ਨਹੀਂ ਪਤਾ ਕਿਹੜੇ ਵਾਸੀ ਰਹਿ ਰਹੇ ਇੱਥੇ ਪਤਾ ਨਹੀਂ ਕਿਸ ਹਿਸਾਬ ਨਾਲ ਰਹਿ ਰਹੇ ਤੰਬੂ ਲਾ ਕੇ ਰਹਿ ਰਹੇ ਕਿ ਮੋਰਚਾ ਲਾ ਕੇ ਰਹਿ ਰਹੇ ਕਿ ਕਿਵੇਂ ਰਹਿ ਰਹੇ ਲੇਕਿਨ ਇਹ ਵੋਟਾਂ ਬੜੀਆਂ ਹੋਈਆਂ ਕਿੰਨੀਆਂ ਵੋਟਾਂ ਨੇ ਜੀ ਇਹ ਵੋਟਾਂ ਇਹ ਤੁਹਾਨੂੰ ਮੈਂ ਦਿਖਾ ਰਿਹਾ ਇਹ 4 ਇਹ ਆ ਐ ਕਰਕੇ ਤਕਰੀਬਨ 250 ਵੋਟ ਆ ਕੱਲੇ ਇੱਕ ਕਾਲੋਨੀ ਦੀ ਆ ਦਿਖਾਇਓ ਹੋਰ ਵੋਟਾਂ ਖਾਲੀ ਪਲਾਟਾਂ ਦੀ ਖਾਲੀ ਪਲਾਟਾਂ ਦੀ ਤੁਹਾਨੂੰ ਦੱਸ ਰਹੇ ਖਾਲੀ ਪਲਾਟਾਂ ਦੀ ਤੁਹਾਨੂੰ ਇਸ ਕਰਕੇ ਦੱਸ ਰਹੇ ਆ ਇੱਕ ਮਹੱਲੇ ਦੀਆਂ ਇੰਨੀਆਂ ਨਿਕਲੀਆਂ ਨੇ ਜੇ ਤਾਂ ਆ ਇੱਕ ਮਹੱਲੇ ਦੀ ਨਿਕਲੀਆਂ ਇੱਕ ਬਲਾਕ ਚੋਂ 50 ਨਿਕਲੀਆਂ ਆ ਦੇਖੋ ਜੀ ਆ ਸਾਰੀਆਂ ਆ ਤੁਸੀਂ ਕੱਲੀ ਕੱਲੀ ਵੋਟ ਵੈਰੀਫਾਈ ਕਰ ਸਕਦੇ ਜੇ ਆ 107 ਨੰਬਰ ਮਕਾਨ 2 ਨੰਬਰ ਮਕਾਨ 27 ਨੰਬਰ ਮਕਾਨ 3 ਨੰਬਰ ਮਕਾਨ 5 ਨੰਬਰ ਮਕਾਨ 103 ਨੰਬਰ ਮਕਾਨ 193 ਨੰਬਰ ਮਕਾਨ ਆ ਜਿੰਨੇ ਮਕਾਨ ਮੈਂ ਤੁਹਾਨੂੰ ਦੱਸ ਰਿਹਾ ਆ ਸਾਰੇ ਤੁਸੀਂ ਵੇਖ ਸਕਦੇ ਜੇ ਇਹ ਸਾਰੇ ਮਕਾਨਾਂ ਨੂੰ ਤੁਸੀਂ ਕੱਲੀ ਕੱਲੀ ਜਾ ਕੇ ਵੈਰੀਫਾਈ ਕਰ ਲਓ ਆ ਮਕਾਨ ਦਾ ਨੰਬਰ ਹੀ ਬਹੁਤ ਵਧੀਆ 0 ਨੰਬਰ ਮਕਾਨ ਇਹ ਤਾਂ ਸਾਨੂੰ ਲੱਭ ਹੀ ਨਹੀਂ ਰਿਹਾ ਵੀ ਇਹ 0 ਨੰਬਰ ਹੈ ਕਿੱਥੇ ਚਲੋ ਇਹ ਕਹਿਣਗੇ ਟੈਕਨੀਕਲ ਐਰਰ ਹੋ ਗਿਆ ਇਹ ਹੋ ਗਿਆ ਕਈ ਕੁਛ ਕਹਿਣਗੇ ਕਹਿਣ ਦਾ ਇਹ ਭਾਵ ਆ ਕੱਲ ਜਿਹੜਾ ਮੱਦਾ ਬਣਿਆ ਸੀ ਉਹ ਇਹ ਬਣਿਆ ਸੀ ਜਿਹੜੇ ਬੰਦੇ ਰਹਿ ਨਹੀਂ ਰਹੇ ਔਰ ਜਿਹੜੇ ਬੰਦੇ ਉੱਥੋਂ ਸ਼ਿਫਟ ਕਰ ਚੁੱਕੇ ਆ ਉਹ ਜਲਦੀ ਵੋਟਾਂ ਉਹਨਾਂ ਨੂੰ ਕਟਾਇਆ ਜਾਵੇ ਇਤਰਾਜ਼ ਟਾਈਮ ਸਿਰ ਗਏ ਸਾਰਾ ਕੁਝ ਟਾਈਮ ਸਿਰ ਹੋਇਆ BLO ਦੀ ਰਿਪੋਰਟ ਵੀ ਬਣੀ ਸਾਨੂੰ ਇਹ ਕਹਿ ਦਿੱਤਾ ਗਿਆ ਵੀ ਹਾਂ ਉਹ ਬੰਦੇ ਉੱਥੇ ਨਹੀਂ ਹੈਗੇ BLO ਤੋਂ ਵੀ ਵੈਰੀਫਾਈ ਕੀਤਾ ਗਿਆ BLO ਆਪਣਾ ਕੱਲੇ ਘਰ ਜਾ ਕੇ ਵੈਰੀਫਾਈ ਕਰਾਇਆ ਉਸ ਤੋਂ ਬਾਅਦ ਕੱਲ ਪਤਾ ਨਹੀਂ ਕੀ ਜਾਣੇ ਰੱਬ ਕੀ ਕਾਰਨ ਹੈਗੇ ਆ ਸਰਕਾਰ ਵੀ ਆਪਣਾ ਕੀ ਕਹਿੰਦੇ ਮੈਂ ਕਹੂੰਗਾ ਵੀ ਪ੍ਰਸ਼ਾਸਨ ਵੀ ਥੋੜਾ ਪਰੇਸ਼ਾਨ ਸੀਗਾ ਇਲੈਕਸ਼ਨ ਕਮਿਸ਼ਨ ਤੇ ਵੀ ਅੱਜ ਕੰਪਲੇਂਟ ਦੇ ਦਿੱਤੀ ਗਈ ਆ ਉਹਦੀ ਆਪਣਾ ਉੱਥੇ ਫਾਈਲ ਕਰ ਦਿੱਤੀ ਗਈ ਆ ਵੀ ਜਿਹੜੀ ਆ ਧਾਂਦਲੀ ਹੋਈ ਔਰ ਕਿਹੜਾ ਵਾਰਡ ਆ ਇਹ ਅਕਾਲੀ ਦਲ ਦੇ ਮੇਅਰ ਦਾ ਵਾਰਡ ਆ ਜਿਹੜਾ ਪਿਛਲੇ 2 ਟਰਮਾਂ ਤੋਂ ਇੱਥੇ ਜਿੱਤ ਰਿਹਾ ਦੋਵੇਂ ਟਰਮਾਂ 'ਚ ਦਾ ਮਤਲਬ ਉਹ ਜਾਲੀ ਵੋਟਾਂ ਦੇ ਸਿਰ ਤੇ ਜਿੱਤ ਰਿਹਾ ਜਿਹੜੀਆਂ ਵੋਟਾਂ ਬਣੀਆਂ ਨਹੀਂ ਹੋ ਸਕਦੀਆਂ ਜਿਹੜੀਆਂ ਵੋਟਾਂ ਪੈ ਨਹੀਂ ਸਕਦੀਆਂ ਪੁਰਾਣਿਆਂ ਰਿਕਾਰਡ ਵੀ ਕੱਢ ਲਓ ਅੱਜ ਦਾ ਵੀ ਰਿਕਾਰਡ ਕੱਢ ਲਓ ਅਕਾਲੀ ਦਲ ਦੇ ਮੇਅਰ ਸਾਹਿਬ ਚੀਮਾ ਸਾਹਿਬ ਦੇ ਖਾਸ ਸਰਪ੍ਰਸਤ ਰਾਈਟ ਸੱਜੀ ਕੱਬੀ ਸਾਰੀਆਂ ਬਾਹਾਂ ਇਹ ਅਕਾਲੀ ਦਲ ਆਪਣੇ ਟਾਈਮ 'ਚ ਇਹੋ ਜਿਹੇ ਧੱਕੇਸ਼ਾਹੀਆਂ ਕਰਦਾ ਸੀ ਸਾਡੀ ਕਮੀ ਇਹ ਰਹਿ ਗਈ ਵੀ ਅਸੀਂ ਇਸ ਚੀਜ਼ ਨੂੰ ਉਜਾਗਰ ਕੀਤਾ ਲੇਕਿਨ ਕਈ ਵਿੱਚ ਕਾਲੀਆਂ ਭੇਡਾਂ ਨੇ ਇਸ ਚੀਜ਼ ਨੂੰ ਦੱਬ ਕੇ ਰਿਪੋਰਟਾਂ ਬਦਲ ਕੇ ਇਹ ਚੀਜ਼ ਨੂੰ ਚੇਂਜ ਕੀਤਾ ਗਿਆ ਸਾਡਾ ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਕੱਲ ਇੱਕ ਸੋਸ਼ਲ ਮੀਡੀਆ ਤੇ ਗੱਲ ਚੱਲ ਜਾਂਦੀ ਆ ਵੀ ਪਤਾ ਨਹੀਂ ਅਸੀਂ ਗਲਤ ਬੋਲਤਾ ਅਸੀਂ ਸਹੀ ਬੋਲਤਾ ਜਾਂ ਇਹੋ ਜਿਹੀ ਗੱਲਾਂ ਬਾਤਾਂ ਮਤਲਬ ਆ ਜਾਂਦੀਆਂ ਔਰ ਸਾਡੇ ਤੇ ਨਿੱਜੀ ਇਲਜ਼ਾਮ ਲੱਗਣ ਲੱਗ ਪੈਂਦੇ ਵੀ ਸ਼ਾਇਦ ਅਸੀਂ ਧੱਕੇਸ਼ਾਹੀਆਂ ਕਰ ਰਹੇ ਇਸ ਕਰਕੇ ਤੁਹਾਨੂੰ ਅੱਜ ਸੱਦਣਾ ਇੱਥੇ ਜ਼ਰੂਰੀ ਸੀ ਆ ਤੁਹਾਡੇ ਸਾਹਮਣੇ ਦੀ ਕਾਰਸਤਾਨੀ ਆ ਇਹ ਤੋਂ ਔਰ ਐਂ ਹੀ ਤੁਸੀਂ ਆ ਜਾਓ ਅੱਗੇ ਆਪਾਂ ਇੱਧਰ ਨੂੰ ਚੱਲਦੇ ਹਾਂ ਤੁਸੀਂ ਨਾਲ ਦੇ ਪਲਾਟ ਚੱਲਦੇ ਹਾਂ ਉੱਥੇ ਜਾ ਕੇ ਵੇਖਿਓ ਆਪਣਾ ਨੀਹਾਂ ਭਰੀਆਂ ਜਾ ਰਹੀਆਂ ਹਾਲੇ ਲੇਕਿਨ ਉੱਥੇ ਵੀ ਜਾਲੀ ਵੋਟਾਂ ਆ ਸਾਰੀਆਂ ਉੱਥੋਂ ਦੀਆਂ ਵੋਟਾਂ ਔਰ ਉਹਦੇ ਨਾਲ ਆ ਸੀਗੀ ਇਤਰਾਜ਼ ਟਾਈਮ ਸਿਰ ਦਿੱਤੇ ਹੋਏ ਰਿਸੀਵਿੰਗ ਹੋਈ 16/12 ਦੀ 16/12 ਤੋਂ ਹਰਿੰਦਰ ਸਿੰਘ ਗਿੱਲ ਜੀ ਵੱਲੋਂ ਇਹ ਇਤਰਾਜ਼ ਦਿੱਤੇ ਗਏ ਆ ਇਹ ਸਾਡੇ ਕੈਂਡੀਡੇਟ ਆ ਇੱਥੋਂ ਦੇ SDM ਦਫ਼ਤਰ ਦੇ ਉੱਤੇ ਇਹ ਬੇਸਿਕਲੀ ਇਲੈਕਸ਼ਨ ਕਮਿਸ਼ਨ ਰਿਟਰਨਿੰਗ ਅਫਸਰ ਨੂੰ ਦਿੱਤੇ ਗਏ ਆ ਉਹਦੇ ਬਾਵਜੂਦ ਅਗਰ ਇਹ ਵੋਟਾਂ ਆ ਜਾਂਦੀਆਂ ਸਾਡੀ ਮੰਗ ਇਹ ਆ ਜਿਨ੍ਹਾਂ ਦੇ ਪ੍ਰੈਸ਼ਰ ਅੰਡਰ ਜਿਨ੍ਹਾਂ ਦੇ ਅਫਸਰਾਂ ਦੀ ਕਤਾਈ ਹੋਈ ਆ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਕੱਲ੍ਹ ਇਹ ਵੋਟਾਂ ਮੈਂ ਇਸ ਕਰਕੇ ਅਪੀਲ ਕਰਦਾ ਜਿਹੜੇ ਲੋਕ
ਦੋ ਥਾਂ ਵੋਟਾਂ ਬਣਾਈ ਫਿਰਦੇ ਆ। ਕੱਲ ਨੂੰ ਇਹ ਗੱਲ ਦੀ ਫਿਰ ਇਤਰਾਜ਼ ਨਹੀਂ ਕਰਨਾ ਚਾਹੀਦਾ ਵੀ ਉਹਨਾਂ ਤੇ ਵੀ ਪਰਚਾ ਬਰਾਬਰ ਦਾ ਦਰਜ ਹੋਊਗਾ। ਜੇ ਦੋ ਥਾਂ ਤੇ ਵੋਟ ਪਊਗੀ, ਇੱਕ ਬੰਦਾ ਇੱਕ ਥਾਂ ਤੇ ਵੋਟ ਬਣਾ ਸਕਦਾ, ਦੂਜੀ ਥਾਂ ਤੇ ਵੋਟ ਨਹੀਂ ਬਣਾ ਸਕਦਾ। ਅਗਰ ਵੋਟ ਜਾਂ ਤਾਂ ਕੱਟੇ ਜਾਂ ਡਿਲੀਟ ਹੋਵੇ, ਨਹੀਂ ਤਾਂ ਅਗਰ ਉਹ ਕਿਤੇ ਪਾਂਦਾ ਫੜਿਆ ਜਾਂਦਾ ਤੇ ਉਹਦੀ ਪਰਚਾ ਦਰਜ ਹੁੰਦਾ ਹੀ ਹੁੰਦਾ ਵਾ। ਸੋ ਇਸ ਕਰਕੇ ਸਾਡੀ ਅਪੀਲ ਆ, ਬਾਅਦ ਵਿੱਚ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਆ ਧੱਕੇਸ਼ਾਹੀਆਂ ਦੇ, ਇਹਦੀ ਹੁਣ ਨਹੀਂ ਬੋਲਦਾ ਅਕਾਲੀ ਦਲ। ਕੱਲ ਦਾ ਇੱਕ ਮਸਲਾ ਬਣਿਆ ਹੋਇਆ, ਅਕਾਲੀ ਦਲ ਦੀ ਕੋਈ ਪ੍ਰਤੀਕਿਰਿਆ ਆਈ, ਅਸੀਂ ਕਹਿ ਰਹੇ ਗਲਤ ਵੋਟਾਂ ਬਣੀਆਂ। ਇਹ ਕਿਉਂ ਨਹੀਂ ਬੋਲੇ ਵੀ ਗਲਤ ਵੋਟਾਂ ਬਣੀਆਂ, ਕਿਉਂ ਨਹੀਂ ਇਸ ਮੁੱਦੇ ਦੇ ਉੱਤੇ ਇਕੱਠੇ ਹੋਏ, ਕਿਉਂ ਨਹੀਂ ਇਸ ਮੁੱਦੇ ਦੇ ਉੱਤੇ ਇਹਨਾਂ ਨੇ ਗੱਲ ਕੀਤੀ ਵੀ ਅਸੀਂ ਇੱਕ ਚੀਜ਼ ਨੂੰ ਉਜਾਗਰ ਕਰ ਰਹੇ ਹਾਂ, ਗਲਤੀਆਂ ਉਜਾਗਰ ਕਰ ਰਹੇ ਹਾਂ, ਹੁਣ ਕਿਉਂ ਸ਼ਾਂਤ ਹੋ ਜਾਂਦੇ? ਇਹ ਦੋਹਰੇ ਸਟੈਂਡਰਡ ਮਾਪਦੰਡ ਨਹੀਂ ਚੱਲਣਗੇ। ਔਰ ਖਾਸ ਤੌਰ ਤੇ ਚੀਮਾ ਸਾਹਿਬ ਦੀ ਮੈਂ ਗੱਲ ਕਰਦਾ, ਉਹ ਤਾਂ 2 ਮਿੰਟ 'ਚ ਚੰਡੀਗੜ੍ਹ ਪਹੁੰਚ ਜਾਂਦੇ ਆ। ਇਲੈਕਸ਼ਨ ਕਮਿਸ਼ਨ ਦੇ ਕੋਲ ਪਤਾ ਨਹੀਂ 10 ਅਰਜ਼ੀਆਂ ਦੇਤੀਆਂ, ਪੈਰਾ ਮਿਲਟਰੀਆਂ ਲਾ ਦਿਓ, ਇਹ ਲਾ ਦਿਓ, ਆਪਣੀ ਪੀੜ੍ਹੀ ਥੱਲੇ ਸੋਟਾ ਤਾਂ ਮਾਰੋ। ਤੁਹਾਡਾ ਮੇਅਰ, ਤੁਹਾਡਾ ਪ੍ਰਧਾਨ ਜਿਹੜਾ ਇੰਨੇ ਸਾਲਾਂ ਤੋਂ ਇੱਥੇ ਕਾਬਜ ਆ, ਉਹ ਜਾਲੀ ਵੋਟਾਂ ਦੇ ਸਿਰ ਦੇ ਉੱਤੇ ਜਿੱਤਦਾ ਆਇਆ। ਤੁਹਾਨੂੰ ਉਦੋਂ ਇਹ ਚੀਜ਼ਾਂ ਉਜਾਗਰ ਨਾ ਹੋਈਆਂ, ਅਸੀਂ ਉਜਾਗਰ ਨਾ ਕਰਦੇ, ਅਸੀਂ ਗੱਲ ਨਾ ਕਰਦੇ, ਅਸੀਂ ਵੀ ਕਿੰਨੇ ਕਸੂਰਵਾਰ ਹੁੰਦੇ। ਲੇਕਿਨ ਤੁਸੀਂ ਐ ਚੁੱਪੀ ਬੈਠੇ ਹੋਏ ਇਸ ਚੀਜ਼ ਦੇ ਉੱਤੇ, ਇਹਦਾ ਇਹ ਮਤਲਬ ਆ ਤੁਸੀਂ ਬਕਾਇਦਾ ਇਸ ਚੀਜ਼ ਦੇ ਬਰਾਬਰ ਦੇ ਹਿੱਸੇਦਾਰ ਹੋ। ਔਰ ਇਹ ਤੁਹਾਨੂੰ ਇਸ ਕਰਕੇ ਇਸ ਵਾਰਡ ਦੇ ਉੱਤੇ ਕਹਿ ਰਿਹਾ, ਇਹਨਾਂ ਨੇ ਹੋਰ ਵਾਰਡਾਂ 'ਚ ਵੀ ਕੀਤਾ ਹੋਇਆ। ਔਰ ਮੈਂ ਇਸ ਗੱਲ ਦੀ ਆਪਣਾ ਕੀ ਕਹਿੰਦੇ, ਇਹ ਵੀ ਸਾਨੂੰ ਮਹਿਸੂਸ ਹੁੰਦਾ ਵੀ ਠੀਕ ਆ, ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਆਪਾਂ ਹਰ ਟਾਈਮ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਆ ਕੇ ਥੱਲੇ ਹਰ ਚੀਜ਼ ਨਹੀਂ ਚੈੱਕ ਕਰ ਸਕਦਾ। ਪ੍ਰਸ਼ਾਸਨ ਨੇ ਚੈੱਕ ਕਰਨੀ ਆ, ਹਰ ਚੀਜ਼ ਨੇ ਚੈੱਕ ਕਰਨੀ ਆ। ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ ਲਾਉਣ ਤੋਂ ਪਹਿਲਾਂ ਇਹ ਕੁਝ ਹੋਰ ਕਾਲੀਆਂ ਭੇਡਾਂ ਵਾ ਜਿਹੜੀਆਂ ਇਹਦੇ ਵਿੱਚ ਸਰਕਾਰ ਦਾ ਅਕਸ ਖਰਾਬ ਕਰਨ ਦੀਆਂ ਗੱਲਾਂ ਕਰਦੇ ਆ, ਜਿਹੜੇ ਸਰਕਾਰ ਦੇ ਉੱਤੇ ਢਾਹ ਲਾਉਣ ਦੀਆਂ ਗੱਲਾਂ ਕਰਦੇ ਆ। ਬੜਾ ਵਧੀਆ ਆਪਣਾ ਕੈਪਟਨ ਅਮਰਿੰਦਰ ਸਿੰਘ ਦੀ ਰਾਜ ਭਾਗ ਦੇ ਰਹੇ ਆ, ਲੇਕਿਨ ਥੱਲੜੀ ਲੈਵਲ ਦੇ ਉੱਤੇ ਜਿਹੜੇ ਇਹੋ ਜਿਹੇ ਬੰਦੇ ਕਤਾਈਆਂ ਕਰਦੇ ਆ, ਜਾਂ ਇੱਥੋਂ ਤੱਕ ਮੈਂ ਕਹੂੰਗਾ, ਮੈਨੂੰ ਇਹ ਵੀ ਪਤਾ ਚੱਲਿਆ ਵੀ ਅਗਰ ਇਹਨਾਂ ਨੂੰ ਕਿਸੇ ਲੀਡਰ ਦੀ ਪੈਟਰਨੇਜ ਆ, ਉਹ ਲੀਡਰਾਂ ਦਾ ਵੀ ਨਾਮ ਉਜਾਗਰ ਹੋਣਾ ਚਾਹੀਦਾ। ਔਰ ਜਿਹੜੇ ਬੰਦਿਆਂ ਨੇ ਇਸ ਚੀਜ਼ ਦੇ ਵਿੱਚ ਧਾਂਦਲੇਬਾਜ਼ੀ ਕੀਤੀ ਆ, ਇਹ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਹਾਈ ਲੈਵਲ ਇਨਕੁਆਇਰੀ ਵੀ ਮੰਗਦੇ ਆ, ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਪਾ ਦਿੱਤੀ ਆ, ਪ੍ਰਸ਼ਾਸਨ ਨੂੰ ਵੀ ਕੰਪਲੇਂਟ ਦੇ ਦਿੱਤੀ ਆ, ਮੁੱਖ ਮੰਤਰੀ ਸਾਹਿਬ ਦੇ ਵੀ ਨੋਟਿਸ 'ਚ ਗੱਲ ਲਿਆ ਦਿੱਤੀ ਆ। ਔਰ ਇਹ ਤਾਂ ਮੈਂ ਇਸ ਕਰਕੇ ਕਹੂੰਗਾ, ਇੱਥੇ ਤਾਂ ਮੈਂ ਸੀਗਾ, ਸ਼ਾਇਦ ਮੈਂ ਇਹ ਮਹਿਸੂਸ ਕਰਦਾ ਵੀ ਸਾਨੂੰ ਇੰਨਾ ਕੁ ਹੱਕ ਬਣਦਾ ਵਾ, ਇੱਥੇ ਅਸੀਂ ਸੀਗੇ ਜਿਹਦੇ ਕਰਕੇ ਇਹ ਚੀਜ਼ ਉਜਾਗਰ ਹੋ ਗਈ। ਪਤਾ ਨਹੀਂ ਇਹ ਕਿੱਥੇ ਅਕਾਲੀ ਦਲ ਚੁੱਪ ਚੋਰੀ ਛਿਪੇ ਇਹੋ ਜਿਹੀ ਚੀਜ਼ਾਂ ਕਰ ਰਿਹਾ। ਔਰ ਇਲਜ਼ਾਮ ਸਾਡੇ ਤੇ ਲਾਉਂਦੇ ਆ ਧੱਕੇਸ਼ਾਹੀਆਂ ਤੇ, ਇਲਜ਼ਾਮ ਸਾਡੇ ਤੇ ਲਾਉਂਦੇ ਆ ਵੀ ਤੁਸੀਂ ਇੱਥੇ ਆਪਣਾ ਹੀ ਕਹਿੰਦੇ ਇਹ ਕਰਦੇ ਹੋ। ਇਹਨਾਂ ਦੀਆਂ ਇਹ ਗਲਤ ਚੀਜ਼ਾਂ ਜਦੋਂ ਫੜੀਆਂ ਨਾ ਜਾਣ, ਇਹਦੇ ਕਰਕੇ ਰੌਲਾ ਪਾਉਂਦੇ। ਇਹ ਇਹਨਾਂ ਦਾ ਰੌਲਾ ਪਾਉਣ ਦਾ ਇੱਕ ਕਾਰਨ ਆ ਵੀ ਸਾਡੀਆਂ ਜਿਹੜੀਆਂ ਕਾਲੀਆਂ ਕਰਤੂਤਾਂ ਵਾ ਉਹ ਢੱਕੀਆਂ ਰਹਿਣ ਤੇ ਅਸੀਂ ਕਹੀਏ ਸਾਡੇ ਨਾਲ ਧੱਕਾ ਹੋ ਗਿਆ। ਜਦ ਕਿ ਇਹ ਕਾਗਜ਼ੀ ਪੱਤਰੀ 10 ਸਾਲਾਂ ਦਾ ਜਿਹੜਾ ਇਹਨਾਂ ਦਾ ਰਾਜ ਰਿਹਾ, ਉਹਦੇ ਵਿੱਚ ਇਹਨਾਂ ਨੇ ਇੰਨੀਆਂ ਕੁ ਗੰਢਾਂ ਅੰਦਰ ਤੱਕ ਬੰਨ੍ਹਤੀਆਂ ਵਾ। ਉਦੋਂ ਇਹਨਾਂ ਦਾ ਰਾਜ ਸੀ, ਪ੍ਰਸ਼ਾਸਨ ਸੀਗਾ, ਪ੍ਰਸ਼ਾਸਨ ਤੋਂ ਸਭ ਕੁਝ ਕਰਾਉਂਦੇ ਸੀ। ਇਹ ਇਹਨਾਂ ਦੇ ਟਾਈਮ ਤੇ ਵੋਟਾਂ ਬੜੀਆਂ ਹੋਈਆਂ ਜਿਹੜੀਆਂ ਅਸੀਂ ਡਿਲੀਟ ਕਰਾਉਣੀਆਂ ਚਾਹ ਰਹੇ ਸੀ, ਔਰ ਉਹਦੇ ਬਾਵਜੂਦ ਇਹ ਮੈਨੂੰ ਲੱਗਦਾ 20 25 50 ਵੋਟਾਂ 100 150 ਵੋਟ ਨਵੀਂ ਬਣਾ ਗਏ ਵੀ ਇਹ ਖਾਲੀ ਪਲਾਟਾਂ ਦੇ ਉੱਤੇ 250 ਵੋਟ ਜੀ। ਇਸ ਕਰਕੇ 250 ਵੋਟ ਦੀ ਇਹ ਗੱਲ ਆ। ਤੁਸੀਂ ਦੇਖੋ 1800 ਵੋਟ ਦੀ ਇਲੈਕਸ਼ਨ ਹੋਵੇ, 250 ਜਾਲੀ ਬਣੀ ਹੋਵੇ, 250 ਆਪਣਾ ਕੀ ਕਹਿੰਦੇ ਜਿਹੜੀ ਨਿਕਲ ਗਈ ਹੋਵੇ, 500 ਵੋਟ ਅਕਾਲੀ ਦਲ ਐ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਇਸ ਕਰਕੇ ਨਾ ਅਸੀਂ ਇਲੈਕਸ਼ਨ ਲੜਾਂਗੇ, ਡਟ ਕੇ ਲੜਾਂਗੇ ਔਰ ਇਹਨਾਂ ਨੂੰ ਹਰਾਵਾਂਗੇ ਵੀ ਇਹਨਾਂ ਦੀ ਜਾਲੀ ਵੋਟਾਂ ਦੇ ਬਾਵਜੂਦ। ਲੇਕਿਨ ਇਹ ਚੀਜ਼ਾਂ ਦੀ ਜਿਹੜੀ ਕਤਾਈ ਆ, ਜਿਹੜਾ ਪ੍ਰਸ਼ਾਸਨ ਦੇ ਉੱਤੇ ਬਾਰ-ਬਾਰ ਇਲਜ਼ਾਮ ਲਾਉਂਦੇ ਆ, ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ। ਇਹ ਕਹਿਣਗੇ ਪ੍ਰਸ਼ਾਸਨ ਵੇਖੇ, ਬਿਲਕੁਲ ਪ੍ਰਸ਼ਾਸਨ ਵੀ ਵੇਖੂਗਾ, ਪ੍ਰਸ਼ਾਸਨ ਦੇ ਬੰਦੇ ਵੀ ਜ਼ਿੰਮੇਵਾਰ ਆ। ਲੇਕਿਨ ਇਹ ਅੱਜ ਚੁੱਪੀ ਕਿਉਂ ਧਾਰੇ ਬੈਠੇ ਆ ਜਦੋਂ ਏਡੀ ਵੱਡੀ ਧਾਂਦਲੀ ਹੋਈ? ਕਿਉਂ ਨਹੀਂ ਬੋਲਦੇ? ਭਾਵੇਂ ਪ੍ਰਸ਼ਾਸਨ ਤੇ ਇਲਜ਼ਾਮ ਲਾ ਦੇਣ, ਕਿਉਂ? ਕਿਉਂਕਿ ਇਹ ਆਪ ਚੋਰ ਆ, ਆਪ ਇਹਨਾਂ ਨੇ ਇਹ ਗਲਤ ਕੰਮ ਕੀਤੇ ਆ, ਇਸ ਕਰਕੇ ਇਹ ਬੋਲਦੇ ਨਹੀਂ ਪਏ। ਐਂ ਹੀ ਤੁਹਾਨੂੰ ਮੈਂ ਇੱਕ ਮਿੰਟ ਮਾੜਾ ਜਿਹਾ ਵਿਖਾ ਦਿੰਦੇ ਤੁਹਾਨੂੰ, ਇੱਕ ਮਿੰਟ ਦੂਜਾ। ਅਕਾਲੀ ਦਲ ਤੇ ਧਾਂਦਲੀ ਤੁਸੀਂ ਆਰੋਪ ਲਾ ਰਹੇ, ਸਰਕਾਰ ਤਾਂ ਤੁਹਾਡੀ ਸਰਕਾਰ ਸਾਡੀ ਆ। ਸਰਕਾਰ ਦਾ ਇਹ ਮਤਲਬ ਨਹੀਂ ਹੁੰਦਾ ਵੀ ਅਸੀਂ ਕਹਤਾ ਆ ਚਿੱਟਾ ਵਾ ਤੇ ਚਿੱਟੇ ਨੂੰ ਕਾਲਾ ਕਰਦੇ, ਕਾਲੇ ਨੂੰ ਚਿੱਟਾ ਕਰਦੇ। ਇਹ ਜਿਹੜੇ ਅਫਸਰ ਵਿੱਚ ਗਲਤ ਬੈਠੇ ਆ ਉਹਨਾਂ ਅਸੀਂ ਬਦਲੀ ਕਰਾ ਸਕਦੇ ਹਾਂ, ਉਹਨਾਂ ਤੇ ਇਨਕੁਆਇਰੀਆਂ ਕਰਾ ਸਕਦੇ ਹਾਂ। ਮੈਂ ਤੁਹਾਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਹਰ ਟਾਈਮ ਇਹ ਨਾ ਸੋਚਿਆ ਕਰੋ ਵੀ ਸਰਕਾਰ ਆ ਤੇ ਸਰਕਾਰ ਦੇ ਵਿੱਚ ਜੋ ਕਹਿਤਾ ਉਹੀ ਹੁੰਦਾ ਨਹੀਂ। ਇਹ ਗਲਤ ਇੱਕ ਨੈਰੇਟਿਵ ਆ। ਇਹ ਉਦੋਂ ਹੁੰਦਾ ਜਦੋਂ ਅਫਸਰ ਵਿੱਚ ਗਲਤ ਆ ਜਾਂਦੇ ਆ ਔਰ ਕੁਝ ਬੰਦੇ ਰਲ ਜਾਂਦੇ ਆ। ਇਹ ਚੀਜ਼ਾਂ ਉਦੋਂ ਵੀ ਹੁੰਦੀਆਂ, ਸਾਡੇ ਨਾਲ ਹੋਈ। ਤੁਹਾਨੂੰ ਇਹਦਾ ਇਹ ਮਤਲਬ ਨਹੀਂ ਹੁੰਦਾ ਹਰ ਟਾਈਮ ਆਪਾਂ ਕਹੀਏ ਸਰਕਾਰ ਆਪਣੀ ਹੈ ਤੇ ਸਰਕਾਰ ਮੇਰੀ ਹੈ ਤਾਂ ਮਤਲਬ ਵੀ ਮੈਂ ਚਿੱਟਿਆਂ ਤੋਂ ਕਾਲੇ ਕਰਨਾ, ਕਾਲਿਆਂ ਤੋਂ ਚਿੱਟੇ ਕਰਦਾ। ਨਹੀਂ, ਇਹ ਜਿਹੜੇ ਰੂਲ ਬੁੱਕ ਨੂੰ ਫੋਲੋ ਨਹੀਂ ਕਰਦੇ। ਸਰਕਾਰ ਰੂਲ ਦੇ ਹਿਸਾਬ ਨਾਲ ਚੱਲਦੀ ਆ। ਸਰਕਾਰ ਵਰਿੰਦਰ ਢਿੱਲੋਂ ਦੇ ਹਿਸਾਬ ਨਾਲ ਨਹੀਂ ਚੱਲਦੀ, ਜਾਂ ਸਰਕਾਰ ਆਪਣਾ ਕੀ ਕਹਿੰਦੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਹਿਸਾਬ ਨਾਲ ਨਹੀਂ ਚੱਲਦੀ। ਸਰਕਾਰ ਚੱਲਦੀ ਆ ਰੂਲ ਬੁੱਕ ਦੇ ਹਿਸਾਬ ਨਾਲ। ਅਸੀਂ ਇਹੀ ਕਹਿ ਰਹੇ ਹਾਂ, ਰੂਲ ਬੁੱਕ ਦੀ ਉਲੰਘਣਾ ਹੋਈ ਆ ਔਰ ਇਹਦੇ ਤੇ ਕਾਰਵਾਈ ਕਰਨੀ ਇਸ ਹਾਂ। ਅਗਰ ਅਸੀਂ ਇੱਥੇ ਕਾਰਵਾਈ ਨਾ ਕਰਾਈਏ ਔਰ ਇਸ ਚੀਜ਼ ਨੂੰ ਉਜਾਗਰ ਨਾ ਕਰੀਏ, ਫਿਰ ਅਸੀਂ ਦੋਸ਼ੀ ਹਾਂ। ਵੀ ਅਸੀਂ ਕਹੀਏ ਅਸੀਂ ਇੱਥੇ ਕਾਰਵਾਈ ਨਹੀਂ ਕਰਾ ਰਹੇ, ਫਿਰ ਅਸੀਂ ਮੰਨ ਸਕਦੇ ਵੀ ਅਸੀਂ ਆਪਣਾ ਅਨਡਿਊ ਪ੍ਰੈਸ਼ਰ ਪਾ ਰਹੇ। ਅਸੀਂ ਤਾਂ ਇੱਕ ਚੀਜ਼ ਉਜਾਗਰ ਕੀਤੀ ਤੁਹਾਡੇ ਅੱਗੇ ਵੀ ਕਿਸ ਤਰੀਕੇ ਦੀ ਦੇਖੋ ਕਤਾਈ ਕੀਤੀ ਆ, ਔਰ ਇਸ ਚੀਜ਼ ਦਾ ਸਾਨੂੰ ਵੇਰਵਾ ਦੇਣਾ ਚਾਹੀਦਾ। ਕਾਲੀਆਂ ਭੇਡਾਂ ਦੀ ਗੱਲ ਕੀਤੀ, ਉਹ ਕਾਲੀਆਂ ਭੇਡਾਂ ਜਿਹੜੀਆਂ ਦੇਖੋ ਕਾਲੀਆਂ ਭੇਡਾਂ ਕਹਿ ਲਓ, ਕਾਲੀਏ ਭੇੜੀਏ ਕਹਿ ਲਓ, ਕਾਲੀਏ ਆਪਣਾ ਕੀ ਕਹਿੰਦੇ ਕੋਈ ਵੀ ਕਹਿ ਲਓ, ਲੇਕਿਨ ਇਹ ਗਲਤ ਬੰਦੇ ਆ। ਇਹ ਹਰ ਪਾਰਟੀਆਂ 'ਚ ਵੀ ਹੁੰਦੇ ਆ, ਅਫਸਰਸ਼ਾਹੀ 'ਚ ਵੀ ਹੁੰਦੇ ਆ,
ਔਰ ਮੈਂ ਅੱਜ ਇਸ ਕਰਕੇ ਉਹਨਾਂ ਦੇ ਨਾਮ ਇਸ ਕਰਕੇ ਨਹੀਂ ਲੈਣਾ ਚਾਹੁੰਦਾ, ਮੈਨੂੰ ਅੰਦਾਜ਼ਾ ਤਾਂ ਹੈ ਲੇਕਿਨ ਮੈਂ ਕੋਈ ਵੀ ਗੱਲ ਬਿਨਾਂ ਫੈਕਟਸ ਤੋਂ ਨਹੀਂ ਕਹਿਣਾ ਚਾਹੁੰਦਾ। ਐਸਡੀਐਮ ਦੀ ਲੈਵਲ ਤੋਂ ਲੈ ਕੇ ਜਿਹੜੇ ਥੱਲੜੇ ਬੀਐਲਓ ਤੱਕ ਆ ਉਹਨਾਂ ਦੀ ਇਨਕੁਆਇਰੀਆਂ ਹੋਣ, ਉਹਨਾਂ ਤੋਂ ਪੁੱਛਿਆ ਜਾਵੇ ਔਰ ਜਦੋਂ ਉਹਨਾਂ ਤੋਂ ਪੁੱਛਿਆ ਜਾਊਗਾ ਤੇ ਤੁਹਾਡੇ ਸਾਹਮਣੇ ਚੀਜ਼ਾਂ ਉਜਾਗਰ ਹੋਣਗੀਆਂ ਔਰ ਉਸ ਚੀਜ਼ ਤੇ ਕਲੈਰਿਟੀ ਹੋਊਗੀ। ਲੇਕਿਨ ਮੈਂ ਮੰਨ ਨਹੀਂ ਸਕਦਾ ਵੀ ਕਿਸੇ ਅਫਸਰ 'ਚ ਇੰਨੀ ਜ਼ਰੂਰਤ ਹੋਵੇ ਇੰਨੀਆਂ ਜਲਦੀ ਵੋਟਾਂ ਕਿਸੇ ਦੀ ਬੈਕਿੰਗ ਤੋਂ ਬਿਨਾਂ ਬਣਾ ਜਾਣ। ਉਹ ਚੀਜ਼ਾਂ ਪਤਾ ਕਰਾਂਗੇ, ਉਜਾਗਰ ਹੋਣਗੀਆਂ। ਜਾਂ ਤਾਂ ਚੀਮਾ ਸਾਹਿਬ ਦੀ ਬੈਕਿੰਗ ਸੀਗੀ ਜਾਂ ਤਾਂ ਸ਼ਰੇਆਮ ਦਲਜੀਤ ਸਿੰਘ ਚੀਮਾ ਜੀ ਦੀ, ਕਿਉਂਕਿ ਸਾਡੇ ਵਿਰੋਧੀ ਧਿਰ ਦੇ ਆ, ਮੈਂ ਕਹਿ ਸਕਦਾ ਵਾਂ ਉਹਨਾਂ ਨੂੰ ਡਾਇਰੈਕਟ ਬੈਨੀਫਿਟ ਮਿਲਦਾ ਇਸ ਗੱਲ ਦਾ, ਜਾਂ ਕਿਸੇ ਉਸ ਲੀਡਰ ਦੀ ਬੈਕਿੰਗ ਹੋ ਸਕਦੀ ਜਿਹੜਾ ਸਾਡਾ ਨੁਕਸਾਨ, ਪਾਰਟੀ ਦਾ ਇੱਥੇ ਨੁਕਸਾਨ ਕਰਨਾ ਚਾਹੁੰਦਾ। ਨਹੀਂ, ਤੁਹਾਡਾ ਮਤਲਬ ਆ ਵੀ ਜਿਹੜਾ ਇੱਕ ਉਹਦੀ ਪਹੁੰਚ ਹੋਵੇ, ਫਿਰ ਇਹ ਤੋਂ ਵੱਡਾ ਹੋਰ ਕਿਹੜਾ ਲੀਡਰ ਹੋ ਸਕਦਾ ਜਿਹੜਾ ਉਹਦੀ ਬੈਕਿੰਗ ਤੇ ਆ ਸਕਦਾ? ਮੈਂ ਉਹੀ ਕਹਿ ਰਿਹਾ ਨਾ, ਇਸ ਦਾ ਮਤਲਬ ਇਹ ਤਾਂ ਲੋਕਾਂ ਦੇ ਅੱਗੇ ਉਜਾਗਰ ਹੋਊਗੀ ਚੀਜ਼ ਅੱਗੇ। ਲੇਕਿਨ ਮੈਂ ਹੁਣ ਐਵੇਂ ਮੈਂ ਤਾਂ ਨਾਮ ਲੈਣ ਨੂੰ ਲੈ ਸਕਦਾ ਨਾਮ, ਮੈਨੂੰ ਕੋਈ ਨਾਮ ਲੈਣ 'ਚ ਹਰਜ ਨਹੀਂ ਹੈਗਾ। ਕਈ ਪਰ ਇਸ਼ਾਰਾ ਮਾਤਰ ਕਰ ਦੋ ਵੀ ਕੌਣ ਇਸ਼ਾਰਾ ਕੋਈ ਲੋਕਲ ਲੈਵਲ ਤੇ ਉੱਤੇ ਹੋ ਸਕਦਾ, ਕੋਈ ਵੱਡੇ ਲੀਡਰ ਹੋ ਸਕਦੇ, ਕੋਈ ਇਹ ਥੱਲੜੇ ਲੈਵਲ ਤੇ ਐਮਐਲਏ ਲੈਵਲ ਦੀ ਗੱਲ ਨਹੀਂ ਆ, ਉੱਪਰਲੇ ਲੈਵਲ ਦੀ ਗੱਲ ਆ। ਔਰ ਇਹ ਕਿਸੇ ਨੇ ਕੈਪਟਨ ਸਾਹਿਬ ਦਾ ਜਿਹੜਾ ਦਿੱਤਾ ਹੋਇਆ ਵਿਸ਼ਵਾਸ ਆ, ਜਿਹੜਾ ਕੈਪਟਨ ਅਮਰਿੰਦਰ ਸਿੰਘ ਵਿਸ਼ਵਾਸ ਦਿੰਦੇ ਆ ਨਾ, ਜੇ ਮੇਰੇ ਅੰਦਰ ਵੀ ਵਿਸ਼ਵਾਸ ਰੱਖਦੇ ਆ, ਮੈਂ ਉਸ ਵਿਸ਼ਵਾਸ ਦਾ ਪਾਰਟੀ ਪ੍ਰਤੀ ਸਿੰਸੀਅਰ ਹੋ ਕੇ ਔਰ ਐਡਮਿਨਿਸਟ੍ਰੇਸ਼ਨ ਪ੍ਰਤੀ ਸਿੰਸੀਅਰ ਹੋ ਕੇ ਕਰਦਾ। ਲੇਕਿਨ ਇਹ ਕੈਪਟਨ ਸਾਹਿਬ ਦੇ ਵਿਸ਼ਵਾਸ ਨੂੰ ਤੋੜਿਆ ਜਾ ਰਿਹਾ। ਉਹ ਕਹਿ ਰਹੇ ਫ੍ਰੀ ਐਂਡ ਫੇਅਰ ਕਰਾਓ, ਲੇਕਿਨ ਅਗਰ ਥੱਲੜੇ ਬੰਦੇ ਜਿਹੜੇ ਅੱਜ ਉਹ ਕਹਿੰਦੇ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਮੰਨਦੇ ਆ, ਅੱਜ ਉਹਨਾਂ ਦੀ ਪਿੱਠ ਦੇ ਵਿੱਚ ਛੁਰੇ ਮਾਰ ਰਹੇ ਕਿਉਂਕਿ ਉਹ ਫ੍ਰੀ ਐਂਡ ਫੇਅਰ ਨਹੀਂ ਕਰਾਉਣਾ ਚਾਹ ਰਹੇ ਔਰ ਉਹਨਾਂ ਦੇ ਅਕਸ ਨੂੰ ਢਾਹ ਲੱਗ ਰਿਹਾ। ਕੋਈ ਇਹ ਨਹੀਂ ਕਹਿੰਦਾ ਵੀ ਫਲਾਣੇ ਬਰਿੰਦਰ ਢਿੱਲੋਂ ਨੇ ਇਲੈਕਸ਼ਨ 'ਚ ਗੰਦ ਪਾਤਾ, ਸਾਰੇ ਇਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਗੰਦ ਪੈ ਗਿਆ। ਇਸ ਕਰਕੇ ਇਹੋ ਜਿਹੇ ਬੰਦਿਆਂ ਦੀ ਅਸੀਂ ਪਾਰਟੀ ਲੈਵਲ ਤੇ ਵੀ ਕਾਰਵਾਈ ਦੀ ਮੰਗ ਕਰਾਂਗੇ ਔਰ ਜਿਹੜੀ ਐਡਮਿਨਿਸਟ੍ਰੇਸ਼ਨ ਲੈਵਲ ਤੇ ਆ ਉਹਦੀ ਵੀ ਕਾਰਵਾਈ ਦੀ ਮੰਗ ਕਰਾਂਗੇ। ਮੈਂ ਬਿਲਕੁਲ ਨਾਮ ਲੈਣਾ ਚਾਹੁੰਦਾ, ਲੇਕਿਨ ਮੈਂ ਇਸ ਕਰਕੇ ਨਾਮ ਨਹੀਂ ਲੈਣਾ ਚਾਹੁੰਦਾ, ਅੱਜ ਮੇਰੇ ਕੋਲ ਕੋਈ ਪੁਖਤਾ ਸਬੂਤ ਨਹੀਂ ਹੈਗੇ। ਮੈਨੂੰ ਸ਼ੱਕ ਵੀ ਹੈਗਾ ਵਾ ਔਰ ਮੈਨੂੰ ਪਤਾ ਵੀ ਹੈਗਾ ਵਾ, ਲੇਕਿਨ ਮੈਂ ਜਦੋਂ ਮੇਰੇ ਕੋਲ ਪੁਖਤਾ ਸਬੂਤ ਆ ਜਾਣਗੇ ਮੈਂ ਇਸ ਬਾਰੇ ਗੱਲ ਵੀ ਕਰੂੰਗਾ। ਲੀਡਰ ਸਰਕਾਰ ਦੇ ਵਿੱਚ ਮੌਜੂਦ ਹੋ ਸਕਦਾ? ਬਿਲਕੁਲ, ਬਿਨਾਂ ਸਰਕਾਰ ਤੋਂ ਮੌਜੂਦਗੀ ਤੋਂ ਇਲਾਵਾ ਹੋ ਨਹੀਂ ਸਕਦਾ। ਇਹਦੀ ਤੁਸੀਂ ਗੱਲ ਮੁੱਖ ਮੰਤਰੀ ਨਾਲ ਕੀਤੀ? ਮੈਂ ਜਾਖੜ ਸਾਹਿਬ ਨਾਲ ਵੀ ਕੀਤੀ, ਮੈਂ ਮੁੱਖ ਮੰਤਰੀ ਸਾਹਿਬ ਦਾ ਅੱਜ ਇਲੈਕਸ਼ਨਾਂ ਦੇ ਵਿੱਚ ਗੱਲ ਕਰਨੀ ਉਹਨਾਂ ਨਾਲ ਠੀਕ ਨਹੀਂ ਹੁੰਦੀ। ਮੈਂ ਜਾਖੜ ਸਾਹਿਬ ਦੇ ਨੋਟਿਸ 'ਚ ਗੱਲ ਲਿਆਂਦੀ ਆ ਔਰ 14 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਵੀ ਗੱਲ 'ਚ ਲਿਆਵਾਂਗੇ। ਜਿਹੜੇ 250 ਵੋਟਾਂ ਨੇ, ਇਹ ਭੁਗਤਾਨ ਹੋਊਗਾ ਜਾਂ ਇਹਨਾਂ ਨੂੰ ਰੋਕਣ ਵਾਸਤੇ ਤੁਸੀਂ ਕੀ ਕਰੋਗੇ? ਕੱਲ ਮੈਂ ਇਹੀ ਕਹਿਣਾ, ਉੱਥੇ ਪ੍ਰੈਜ਼ਾਈਡਿੰਗ ਅਫਸਰ ਬੈਠੇ ਹੋਣਗੇ, ਪ੍ਰੈਜ਼ਾਈਡਿੰਗ ਅਫਸਰਾਂ ਕੋਲ ਜੋ ਲਿਸਟ ਆਂਦੀ ਉਹਨਾਂ ਨੂੰ ਉਸ ਹਿਸਾਬ ਨਾਲ ਕਰਨਾ। ਲੇਕਿਨ ਅਸੀਂ ਉੱਥੇ ਇਹ ਗੱਲ ਕਲੀਅਰ ਕਰ ਦਿੰਦੇ ਆ, ਜਾਲੀ ਵੋਟਰ ਨੂੰ ਅਸੀਂ ਅੰਦਰ ਨਹੀਂ ਜਾਣ ਦੇਵਾਂਗੇ। ਅਗਰ ਉਹ ਜਾਲੀ ਵੋਟਰ ਹੋਊਗਾ ਠੀਕ ਆ, ਉਹਨਾਂ ਨੇ ਮਕਸਦ ਲੈਣਾ, ਲੇਕਿਨ ਅਸੀਂ ਉਹਨਾਂ ਨੂੰ ਰੋਕਾਂਗੇ ਵੀ, ਉਹਨਾਂ ਨੂੰ ਸਮਝਾਵਾਂਗੇ ਵੀ ਔਰ ਉਹਨਾਂ ਨੂੰ ਚੇਤਾਵਨੀ ਵੀ ਦੇਵਾਂਗੇ। ਇਹਨੂੰ ਕੋਈ ਉਹ ਨਹੀਂ ਕਰ ਰਿਹਾ ਵੀ ਤੁਸੀਂ ਗਲਤ ਕੰਮ ਨਾ ਕਰੋ, ਕਿਉਂਕਿ ਡਾਇਰੈਕਟ ਇਨਫਲੂਐਂਸ ਜਿਹੜਾ ਉਹ ਕਰ ਰਹੇ ਆ, ਜਿਹੜੀ ਡਾਇਰੈਕਟ ਧਾਂਦਲੀ ਕਰ ਰਹੇ ਆ, ਇਹ ਇੱਕ ਕ੍ਰਿਮੀਨਲ ਅਫੈਂਸ ਆ। ਔਰ ਇਸ ਚੀਜ਼ ਨਾਲ ਅਸੀਂ ਅੱਜ ਇਸ ਕਰਕੇ ਇਸ ਚੀਜ਼ ਨੂੰ ਜ਼ਿਆਦਾ ਨਹੀਂ ਉਜਾਗਰ, ਅਸੀਂ ਇਲੈਕਸ਼ਨ ਕੈਂਸਲ ਕਰਨ ਦੀ ਉਹਦੀ ਪਟੀਸ਼ਨ ਨਹੀਂ ਪਾਈ। ਅਸੀਂ ਕਿਹਾ ਇਲੈਕਸ਼ਨ ਹੋ ਲੈਣ ਦਿਓ, ਜਿਹੜੀਆਂ ਜਾਲੀ ਵੋਟਾਂ ਹੋਣਗੀਆਂ ਉਹਨਾਂ ਦੇ ਬਾਰੇ ਬਕਾਇਦਾ ਕਾਰਵਾਈ ਹੋਊਗੀ, ਜਿਨ੍ਹਾਂ ਨੇ ਪਾਈਆਂ ਹੋਣਗੀਆਂ ਉਹਨਾਂ ਤੇ ਵੀ ਕਾਰਵਾਈ ਹੋਊਗੀ, ਜਿਨ੍ਹਾਂ ਨੇ ਬਣਵਾਈਆਂ ਹੋਣਗੀਆਂ ਉਹਨਾਂ ਤੇ ਵੀ ਹੋਊਗੀ ਔਰ ਇਹ ਚੀਜ਼ ਅਸੀਂ ਕਰਾਂਗੇ। ਜੀ, ਜਿਹੜੇ ਅਫਸਰ ਹੈਗੇ ਆ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਕਿਸੇ ਪਾਸੇ ਕੀਤੀ? ਕੌਣ ਜੀ, ਅਫਸਰ ਨੇ? ਇਲੈਕਸ਼ਨ ਕਮਿਸ਼ਨ ਦੇ ਕੋਲ ਸ਼ਿਕਾਇਤ ਕਰ ਦਿੱਤੀ ਗਈ ਆ, ਉਹਨਾਂ ਨੂੰ ਕੀ ਮੰਗ ਕੀਤੀ ਆ ਇਨਕੁਆਇਰੀ ਕੀਤੀ ਜਾਵੇ। ਜਿਨ੍ਹਾਂ ਨੇ ਜਾਲੀ ਵੋਟਾਂ ਬਣਾਈਆਂ, ਜਿਨ੍ਹਾਂ ਨੇ ਪਵਾਈਆਂ, ਉਹਨਾਂ ਦੇ ਖਿਲਾਫ ਬਕਾਇਦਾ ਕਾਰਵਾਈ ਹੋਵੇ। ਅਫਸਰਾਂ ਦੀ ਗਲਤੀ ਆ ਉਹਨਾਂ ਦੀ ਕੀਤੀ ਜਾਵੇ ਜਾਂ ਅਫਸਰ ਦੱਸਣ ਉਹਨਾਂ ਨੇ ਕਿਹਦੇ ਪ੍ਰੈਸ਼ਰ ਦੇ ਅੰਡਰ ਕੀਤੀ ਆ। ਨੈਕਸਟ ਕੋਈ ਲੀਗਲ ਐਕਸ਼ਨ ਵੀ ਇਹਦੇ ਲਓਗੇ? ਕੁਝ ਲੀਗਲ ਐਕਸ਼ਨ ਹੈਗਾ ਜੀ, ਇਸ ਤੋਂ ਬਾਅਦ ਲੀਗਲ ਕੀ ਹੋ ਸਕਦਾ ਜੀ? ਇਲੈਕਸ਼ਨ ਕਮਿਸ਼ਨ ਕੋਲ ਰਿਪੋਰਟ ਹੋ ਗਈ ਆ, ਫੈਕਸ ਹੋ ਗਈ ਆ, ਉਹਨਾਂ ਨੇ ਰਿਸੀਵ ਕਰ ਲਈ ਆ ਔਰ ਇਨਕੁਆਇਰੀ ਬਿਠਾ ਦੇਣਗੇ। ਉਮੀਦ ਕਰਦੇ ਆ ਜਿੱਦੀ ਛੇਤੀ ਦੀ ਇਨਕੁਆਇਰੀ ਦੀ ਸੱਚ ਦਾ ਸੱਚ ਆਵੇ ਸਾਹਮਣੇ ਔਰ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ। ਇਹ ਹੈ ਵੀ ਜਿਨ੍ਹਾਂ ਨੇ ਇਹ ਧਾਂਦਲੀ ਕੀਤੀ ਉਹਨਾਂ ਆ ਵੀ ਤੁਸੀਂ ਇਸ ਧਾਂਦਲੀ ਦੇ ਵਿੱਚ ਇਨਵੋਲਵ ਨਾ ਹੋਇਓ। ਇਹ ਪੋਲੀਟੀਕਲ ਬੰਦਿਆਂ ਦੇ ਕਹਿਣ ਤੇ ਤੁਸੀਂ ਆਪਣਾ ਨੁਕਸਾਨ ਕਰਾਓਗੇ, ਕਿਉਂਕਿ ਇੱਕ ਤਰ੍ਹਾਂ ਤੇ ਜੁਰਮ ਆ ਦੋ ਥਾਂ ਤੇ ਵੋਟ ਪਾਣਾ। ਇਹ ਜੁਰਮ ਆ ਦੋ ਥਾਂ ਤੇ ਵੋਟ ਪਾਣਾ ਔਰ ਅਗਰ ਤੁਸੀਂ ਬਣਾਉਣਾ ਵੀ ਪਵਾਉਣਾ ਵੀ, ਜਿਨ੍ਹਾਂ ਨੇ ਬਣਾਈ ਆ ਔਰ ਜਿਨ੍ਹਾਂ ਨੇ ਪਵਾਈ ਆ, ਉਹ ਦੋਵੇਂ ਉਹਨੇ ਬਰਾਬਰ ਦੇ ਕਸੂਰਵਾਰ ਆ। ਪ੍ਰਧਾਨ ਵਰਿੰਦਰ ਢਿੱਲੋਂ ਨੇ ਆਰੋਪ ਲਗਾਇਆ ਕਿ ਪਰਮਜੀਤ ਸਿੰਘ ਮੱਕੜ ਜਿੱਥੇ ਸਾਬਕਾ ਪ੍ਰਧਾਨ ਚੋਣ ਲੜ ਰਹੇ, ਉੱਥੇ ਲਗਭਗ 250 ਵੋਟਾਂ ਜਿਹੜੀਆਂ ਜਾਲੀ ਬਣਾਈਆਂ ਗਈਆਂ ਤੇ ਸਿੱਧੇ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਆ ਕਿ ਤੁਸੀਂ ਜਿਹੜਾ ਹੈਗਾ ਇਹਦੇ 'ਚ ਇਨਵੋਲਵ ਹੋ। ਦੇਖੋ, ਗੱਲ ਇਹ ਹੈ ਕਿ ਜਦੋਂ ਬੰਦਾ ਇਲੈਕਸ਼ਨ ਹਾਰ ਜਾਂਦਾ ਨਾ, ਫਿਰ ਇਹੋ ਜਿਹੇ ਹੱਥ ਕੱਢੇ ਜਿਹੜੇ ਆ ਉਹ ਵਰਤੇ ਜਾਂਦੇ। ਗੱਲ ਹੈ ਢਿੱਲੋਂ ਸਾਹਿਬ ਨੇ ਤੇ ਅਫਸਰਾਂ ਨੂੰ ਗਾਲਾਂ ਵੀ ਕੱਢੀਆਂ, ਮੰਦਾ ਚੰਗਾ ਵੀ ਬੋਲਿਆ, ਤੇ ਜੇ ਹੁਣ ਇਹਨਾਂ ਦੀ ਧੱਕੇਸ਼ਾਹੀ ਅਫਸਰਾਂ ਨੇ ਨਹੀਂ ਮੰਨੀ ਤੇ ਹੁਣ ਜਿਹੜਾ ਉਲਟਾ ਇਹਨਾਂ ਨੂੰ ਲੱਗਿਆ ਕਿ ਪ੍ਰੈਸ ਕਾਨਫਰੰਸ ਕਰਕੇ ਹਾਰਨ ਤੋਂ ਪਹਿਲਾਂ ਜਿਹੜੀ ਹੈ ਵਿਰੋਧੀ ਪਾਰਟੀ ਤੇ ਇਲਜ਼ਾਮ ਲਾਉਣੇ ਚਾਹੀਦੇ। ਇਹਨਾਂ ਕੰਮਾਂ ਵਾਸਤੇ ਪ੍ਰੋਪਰ ਇੱਕ ਸਿਸਟਮ ਹੈ ਕਿ ਜੇ ਤੁਹਾਨੂੰ ਕੋਈ ਵੀ ਵੋਟ ਜਾਲੀ ਲੱਗਦੀ ਹੈ ਤੇ ਫਾਰਮ ਭਰ ਕੇ ਪ੍ਰੋਪਰ ਆਬਜੈਕਸ਼ਨ ਲਾਉਣਾ ਹੁੰਦਾ, ਤੇ ਆਬਜੈਕਸ਼ਨ ਇਹਨਾਂ ਨੂੰ ਦਿਖਾਉਣੇ ਚਾਹੀਦੇ ਵੀ ਕਿਹੜੀ ਵੋਟ ਦੇ ਉੱਤੇ ਕਦੋਂ ਇਹਨਾਂ ਨੇ ਲਾਇਆ।
ਔਰ ਉਸ ਆਬਜੈਕਸ਼ਨ ਦੇ ਉੱਤੇ ਪ੍ਰਸ਼ਾਸਨ ਨੇ ਕੀ ਫੈਸਲਾ ਕੀਤਾ? ਇਹ ਜਿਹੜੀਆਂ ਹੱਥ ਪਰਚੀਆਂ ਜਿਹੀਆਂ ਦਿਖਾਈ ਜਾਂਦੀਆਂ ਉਹ ਤਾਂ ਕਾਂਗਰਸ ਦੀਆਂ ਉੱਤੇ ਚੋਣ ਨਿਸ਼ਾਨ ਬਣੇ ਹੋਏ ਆ ਤੇ ਬਲੇਮ ਅਕਾਲੀ ਦਲ ਤੇ ਲਾਈ ਜਾਂਦੇ ਆ। ਆਬਜੈਕਸ਼ਨ ਦੀ ਗੱਲ ਕੀਤੀ ਉਹ ਕਹਿੰਦੇ 16 ਦਸੰਬਰ ਨੂੰ ਪਰਚਾ ਦੇਖੋ ਦਰਜ ਗੱਲ ਇਹ ਹੈ ਨਾ, ਕੋਈ ਵੀ ਜਿਹੜੀ ਵੋਟ ਬਣੀ ਹੈ ਵੈਲਿਡ, ਉਹ ਜਿਹੜੀ ਹੈ ਪੈ ਸਕਦੀ ਹੈ। ਜਿਹੜੀ ਵੀ ਵੋਟ ਬਣੀ ਹੈ, ਇਹ ਤਾਂ ਕੁਸ਼ਟ ਆਸ਼ਰਮ ਵਾਲੇ ਜਦੋਂ ਵਿਚਾਰੇ 6 ਨੰਬਰ 'ਚ ਪਾਉਣ ਆਉਣਗੇ ਉਹ ਵੀ ਇਹਨਾਂ ਨੂੰ ਲੱਗੂਗਾ ਵੀ ਕਿੱਥੋਂ ਆ ਗਏ। ਲੇਕਿਨ ਜੇ ਉਹਨਾਂ ਦੀਆਂ ਵੋਟਾਂ ਤੁਸੀਂ ਧੱਕੇ ਨਾਲ ਗਰੀਬਾਂ ਦੀਆਂ ਇੱਥੇ ਭਜਾ ਤੋਂ ਜਿਹੜੀਆਂ ਦੂਰ ਕਰ ਦਿੱਤੀਆਂ ਦੂਜੇ ਵਾਰਡਾਂ 'ਚ, ਉਹ ਆਪਣੀ ਵੋਟ ਪਾਉਣ ਤਾਂ ਜਾਣਗੇ। ਇੱਦਾਂ ਹੀ ਲੱਗਦਾ ਇਹਨਾਂ ਨੂੰ, ਹੁਣ ਇਹਨਾਂ ਨੂੰ ਸਾਰਾ ਕੁਝ ਖਾਲੀ ਖਾਲੀ ਲੱਗਦਾ। ਖਾਲੀ ਨਹੀਂ, ਸ਼ਹਿਰ ਭਰਿਆ ਹੀ ਹੈ। ਉੱਦਾਂ ਹੁਣ ਬਕਸੇ ਖਾਲੀ ਲੱਗਦੇ ਆ ਤੇ ਸੁਪਨਿਆਂ ਦੇ ਵਿੱਚ, ਤੇ ਉਹਨੂੰ ਲੱਗਦਾ ਵੀ ਸਾਰਾ ਕੁਝ ਖਾਲੀ ਹੈ। ਪਲਾਟ ਪਲੂਟ ਨਹੀਂ ਖਾਲੀ, ਪਲਾਟ ਸ਼ਹਿਰ ਵਸਦਾ ਹੈ ਚੰਗਾ ਭਲਾ। ਉਨੀਆਂ ਵੋਟਾਂ ਨੇ ਨਿਕਲਣਗੇ ਸੜਕਾਂ ਤੇ, ਜਦੋਂ ਇਹ ਰੋਕਣਗੇ ਦੇਖਾਂਗੇ ਅਸੀਂ। ਤੁਹਾਡੇ ਤੇ ਇਹਨਾਂ ਚੀਜ਼ਾਂ ਵਾਸਤੇ ਇੱਕ ਸਿਸਟਮ ਸੀਗਾ, ਹਾਲਾਂਕਿ ਕਾਂਗਰਸ ਨੇ ਸਿਸਟਮ ਕੋਈ ਫਾਲੋ ਨਹੀਂ ਕੀਤਾ ਗਿਆ ਤਾਂ ਹੁਣ ਤੱਕ ਵੋਟਾਂ ਬੜੇ ਸ਼ਹਿਰਾਂ ਦੇ ਵਿੱਚ ਟ੍ਰਾਂਸਫਰ ਕਰੀ ਜਾ ਰਹੇ। ਪਰ ਇਹਦਾ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ ਕਿ ਜੇ ਕੋਈ ਵੋਟ ਜਾਲੀ ਹੈ ਤੁਹਾਨੂੰ ਪ੍ਰੋਪਰ ਆਬਜੈਕਸ਼ਨ ਲਾਉਣਾ ਪੈਂਦਾ, ਉਹਦੀ ਪ੍ਰੋਪਰ ਹੀਅਰਿੰਗ ਹੁੰਦੀ ਹੈ। ਜੇ ਉਹ ਗਲਤ ਵੋਟ ਹੁੰਦੀ ਕੱਟੀ ਜਾਂਦੀ। ਇਹ ਅੱਜ ਜਾਗੇ ਹੈ ਨਾ, ਹੁਣ ਜਦੋਂ ਰਿਪੋਰਟਾਂ ਆਉਂਦੀਆਂ ਵੀ ਸੀਟਾਂ ਹਾਰ ਗਈਆਂ, ਇਹ ਹਾਰ ਗਈਆਂ, ਅੱਜ ਤਾਂ ਇਹ ਰੌਲਾ ਪਾਉਣ ਦਾ ਟਾਈਮ ਨਹੀਂ ਹੈ। ਤੁਸੀਂ ਵੀ ਕੱਲ ਮੀਡੀਆ ਨੇ ਚਲਾਈ ਹੈ ਨਾ, ਜਿਹੜੀਆਂ ਐਸਡੀਐਮ ਨੂੰ ਗਾਲਾਂ ਕੱਢੀਆਂ, ਦੂਜੇ ਕੱਢੀਆਂ, ਇਹ ਕਿਉਂ ਇੰਨੇ ਜਿਹੜੇ ਹੁਣ ਘਬਰਾਹਟ ਦੇ ਵਿੱਚ ਨੇ? ਇਹ ਬੁਖਲਾਹਟ ਦੀ ਨਿਸ਼ਾਨੀ ਹੈ। ਜਦੋਂ ਬੰਦਾ ਇੱਦਾਂ ਸਾਰਿਆਂ ਦੇ ਗੱਲ ਪੈਂਦਾ ਨਾ, ਇਹ ਹਾਰ ਦੀਆਂ ਨਿਸ਼ਾਨੀਆਂ ਨੇ। ਇਸ ਕਰਕੇ ਇਹ ਤੋਂ ਹੁਣ ਸਬਕ ਸਿੱਖਣਗੇ ਅੱਗੋਂ ਜੋ ਹਾਰ ਮਿਲੇਗੀ। ਵਰਿੰਦਰ ਢਿੱਲੋਂ ਨੇ ਕਿਹਾ ਕਿ ਹੋ ਰਹੀਆਂ ਵੀ ਜਿਹੜੀ ਹੈਗੇ ਵੀ ਅਸੀਂ ਪਾਉਣ ਨਹੀਂ ਦਿਆਂਗੇ, ਇਹ ਪਹਿਲਾਂ ਹੀ ਧਮਕੀ ਆ ਕਿ ਅਸੀਂ ਵੋਟਰਾਂ ਨੂੰ ਇੰਟੀਮੀਡੇਟ ਕਰਾਂਗੇ। ਉਹਦੀ ਜਿਹੜੀ ਹੈਗੀ ਆ ਇਹ ਧਮਕੀ ਹੈ, ਤੇ ਪ੍ਰਸ਼ਾਸਨ ਨੂੰ ਸੀਰੀਅਸਲੀ ਐਕਟ ਕਰਨਾ ਚਾਹੀਦਾ।